ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਸ਼ੱਕ ਮੈਂ ਕਦੀ ਵੀ ਰਾਜਨੀਤੀ ਦਾ ਵਿਸ਼ਲੇਸ਼ਣ ਨਹੀਂ ਕੀਤਾ, ਭਾਵ ਕਿ ਜਿੰਨੇ ਵੀ ਰਾਜਨੀਤੀ ਦੇ ਉੱਪਰ ਜਿਹੜੇ ਵਰਤਾਰੇ ਵਾਪਰ ਰਹੇ ਹੁੰਦੇ ਨੇ, ਮੇਰਾ ਆਪਣਾ ਵਿਸ਼ਾ ਇਤਿਹਾਸਕਾਰੀ ਹੋਣ ਕਰਕੇ ਜਾਂ ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੈਂ ਕਦੀ ਵਿਸ਼ਲੇਸ਼ਣ ਨਹੀਂ ਕੀਤਾ। ਪਰ ਇਹਦਾ ਇਹ ਭਾਵ ਵੀ ਨਹੀਂ ਹੈ ਕਿ ਮੈਂ ਜਿਹੜੇ ਆਲੇ ਦੁਆਲੇ 'ਚ ਵਾਪਰ ਰਹੇ ਰਾਜਨੀਤਿਕ ਵਰਤਾਰੇ ਹੁੰਦੇ ਨੇ, ਮੈਂ ਉਹਨਾਂ ਦਾ ਅਧਿਐਨ ਨਹੀਂ ਕਰਦਾ ਜਾਂ ਉਹਨਾਂ ਦੇ ਬਾਰੇ ਨਹੀਂ ਪੜ੍ਹਦਾ। ਦੋ ਸ਼ਬਦ ਆਪਸ ਦੇ ਵਿੱਚ, ਬੇਸ਼ੱਕ ਅਸੀਂ ਗੱਲ ਮੌਜੂਦਾ ਰਾਜਨੀਤੀ ਦੀ ਕਰਾਂਗੇ, ਪਰ ਮੈਂ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਜ਼ਰੂਰ ਜਾਣਾ ਚਾਹੂੰਗਾ। ਦੋ ਸ਼ਬਦ ਆਪਸ ਦੇ ਵਿੱਚ ਇੱਕ ਸਮਰੂਪ ਜਿਹਾ ਅਰਥ ਰੱਖਦੇ ਨੇ। ਸਿਆਸਤ ਅਰਬੀ ਭਾਸ਼ਾ ਦੇ ਵਿੱਚੋਂ, ਰਾਜਨੀਤੀ ਸੰਸਕ੍ਰਿਤ ਦੇ ਵਿੱਚੋਂ। ਦੋਹਾਂ ਦੇ ਅਰਥ ਦੇ ਵਿੱਚ ਜਾਂ ਕਹਿ ਸਕਦੇ ਹੋ ਕਿ ਭਾਵ ਦੇ ਵਿੱਚ ਇੱਕ ਬੜਾ ਥੋੜ੍ਹਾ ਜਿਹਾ ਅੰਤਰ ਹੈ, ਪਰ ਹੈ ਅੰਤਰ, ਔਰ ਇਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਸਿਆਸਤ ਰਾਜ ਸੱਤਾ ਹੈ, ਰਾਜਨੀਤੀ ਉਹਦੇ ਤੱਕ ਪਹੁੰਚਣ ਦੀ ਵਿੱਦਿਆ, ਜਾਂ ਫਿਰ ਕਹਿ ਸਕਦੇ ਹੋ ਕਿ ਰਾਜ ਸੱਤਾ ਮੰਜ਼ਿਲ ਹੈ ਤੇ ਰਾਜਨੀਤੀ ਪਹੁੰਚਣ ਦਾ ਰਸਤਾ ਹੈ। ਸੋ ਸਿਆਸਤ ਜਿਹੜੀ ਹੈ ਉਹ ਮੰਜ਼ਿਲ ਹੈ, ਅਰਬੀ ਭਾਸ਼ਾ ਦਾ ਸ਼ਬਦ ਹੈ। ਰਾਜਨੀਤੀ ਜਿਹੜੀ ਹੈ, ਜਿਸ ਨੂੰ ਅਸੀਂ ਪੋਲੀਟੀਕਲ ਸਟੱਡੀਜ਼ ਕਹਿ ਸਕਦੇ ਹਾਂ, ਉਹ ਰਾਜਨੀਤੀ ਦੀ ਵਿੱਦਿਆ ਹੈ, ਰਾਜਨੀਤੀ ਸ਼ਸਤਰ ਹੈ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਬਚਨਾਂ ਦੇ ਵਿੱਚ ਇੱਕ ਬਚਨ ਬੜਾ ਅਹਿਮ ਹੈ। ਉਹ ਬਚਨ ਹੈ ਰਾਜਨੀਤੀ ਵੀ ਪੜ੍ਹਨੀ। ਹੁਣ ਜੇ ਤਾਂ ਇਹ ਸ਼ਬਦ ਕੇਵਲ ਇੱਥੋਂ ਤੱਕ ਸੀਮਤ ਹੁੰਦਾ, ਰਾਜਨੀਤੀ ਪੜ੍ਹਨੀ, ਤਾਂ ਤੁਸੀਂ ਇਹਨੂੰ ਇੱਕ ਆਪਸ਼ਨਲ ਸਮਝ ਸਕਦੇ ਹੋ ਕਿ ਤੁਹਾਡੇ ਮਨ ਦੀ ਮਰਜ਼ੀ ਹੈ ਰਾਜਨੀਤੀ ਸ਼ਾਸਤਰ ਪੜ੍ਹਨਾ ਹੈ ਜਾਂ ਨਹੀਂ ਪੜ੍ਹਨਾ। ਪਰ ਜਦੋਂ ਇੱਕ ਖਾਸ ਸ਼ਬਦ ਵਿੱਚ ਆ ਗਿਆ ਰਾਜਨੀਤੀ ਵੀ ਪੜ੍ਹਨੀ, ਤਾਂ ਇਹਦਾ ਮਤਲਬ ਇਹ ਕੰਪਲਸਰੀ ਹੈ ਕਿ ਸਿੱਖ ਨੇ ਰਾਜਨੀਤੀ ਸ਼ਾਸਤਰ ਨੂੰ ਜ਼ਰੂਰ ਪੜ੍ਹਨਾ ਹੈ। ਹੁਣ ਜੇਕਰ ਸਿਆਸਤ, ਰਾਜਨੀਤੀ, ਰਾਜਸੱਤਾ, ਰਾਜਨੀਤੀ ਤੇ ਨੀਤੀ ਸ਼ਾਸਤਰ, ਜੇਕਰ ਇਹਨਾਂ ਸਾਰਿਆਂ ਨੂੰ ਅਸੀਂ ਵਿਸਥਾਰ ਦੇ ਵਿੱਚ ਸਮਝਣਾ ਹੋਵੇ ਨਾ, ਤਾਂ ਅਸਲ ਦੇ ਵਿੱਚ ਜਿਹੜੀ ਗੱਲ ਸਰਦਾਰ ਸਿੰਘ ਭੰਗੂ ਹੋਣਾ ਨੇ ਪੰਥ ਪ੍ਰਕਾਸ਼ ਦੇ ਵਿੱਚ ਜਿਸ ਵੇਲੇ ਬ੍ਰਿਟਿਸ਼ ਆਰਮੀ ਦਾ ਕੈਪਟਨ ਮਰੇ ਉਹਨਾਂ ਦੇ ਨਾਲ ਵਾਰਤਾਲਾਪ ਕਰਦਾ ਹੈ ਨਾ, ਤਾਂ ਉਹਦਾ ਇੱਕ ਸਵਾਲ ਬੜਾ ਅਹਿਮ ਹੈ। ਉਹ ਜਿਹੜਾ ਕੈਪਟਨ ਮਰੇ ਹੈ, ਉਹ ਪੰਥ ਪ੍ਰਕਾਸ਼ ਦੇ ਰਚੇਤਾ ਰਤਨ ਸਿੰਘ ਭੰਗੂ ਨੂੰ ਇੱਕ ਸਵਾਲ ਕਰਦਾ, ਕਹਿੰਦਾ ਸਿੰਘਨ ਪਾਇਓ ਰਾਜ ਕਿਮ, ਕਿਮ ਕੀਨੇ ਪਾਤਸ਼ਾਹ। ਕਹਿੰਦਾ ਕਿ ਸਿੰਘਾਂ ਨੂੰ ਤੂੰ ਕਿ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਹੈ, ਤੂੰ ਕਹਿੰਦਾ ਕਿ ਰਾਜ ਸਾਡਾ ਹੈ, ਅਸੀਂ ਆਪਣੇ ਰਾਜ ਤੇ ਆਪਣੇ ਰਾਜ ਧਰਮ ਜਾਂ ਆਪਣੀ ਵਿਰਾਸਤ ਤੇ ਪਿਛੋਕੜ ਦੇ ਬਾਰੇ ਬਾਕੀ ਧਰਮਾਂ ਦੇ ਨਾਲੋਂ ਵਧੇਰੇ ਤਫਸੀਲ ਵਿੱਚ ਦੱਸ ਸਕਦੇ ਹਾਂ, ਪਰ ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਰਾਜ ਦਿੱਤਾ ਕਿਸ ਨੇ? ਤੁਹਾਨੂੰ ਰਾਜ ਦੇਣ ਵਾਲਾ ਕੌਣ ਹੈ? ਫਿਰ ਰਤਨ ਸਿੰਘ ਭੰਗੂ ਇਸ ਦਾ ਜਵਾਬ ਦਿੰਦੇ ਨੇ, ਤਿਸੇ ਬਾਤ ਮੈਂ ਐਸੀ ਕਹੀ, ਸਿੰਘਨ ਪਾਤਸ਼ਾਹੀ ਸ਼ਾਹੇ ਦਈ। ਕਹਿੰਦੇ ਫਿਰ ਮੈਂ ਉਸਨੂੰ ਜਵਾਬ ਦਿੱਤਾ ਕਿ ਸਾਨੂੰ ਪਾਤਸ਼ਾਹੀ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਦਿੱਤੀ ਹੈ। ਹੁਣ ਜਦੋਂ ਅਸੀਂ ਪਾਤਸ਼ਾਹਾਂ ਦੇ ਪਾਤਸ਼ਾਹ ਦੀ ਗੱਲ ਕਰਦੇ ਹਾਂ ਨਾ, ਤਾਂ ਸਾਡੀ ਮਾਨਸਿਕਤਾ ਦੇ ਉੱਤੇ ਸ਼ਾਇਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਆਵੇਗਾ। ਪਰ ਮਰੀ ਅੱਗੋਂ ਕਹਿੰਦਾ ਹੈ ਕਿ ਸੱਚਾ ਸ਼ਾਹ ਕੋਏ, ਉਹ ਕਿਹੜਾ ਹੈ ਸੱਚਾ ਸ਼ਾਹ ਜਿਹਨੂੰ ਤੁਸੀਂ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਕਹਿੰਦੇ ਹੋ? ਉਹ ਸੱਚਾ ਸ਼ਾਹ ਕਿਹੜੇ ਆ? ਅਸਾਂ ਕਹਿਆ ਨਾਨਕ ਸ਼ਾਹ ਜੋਏ। ਤੇ ਮੈਂ ਜਵਾਬ ਦਿੱਤਾ ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਹਮਕੋ ਪਾਤਸ਼ਾਹੀ ਨਾਨਕ ਦਈ, ਸਾਨੂੰ ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹੀ ਦਿੱਤੀ ਹੈ। ਕੈਪਟਨ ਮਰੇ ਅੱਗੋਂ ਫਿਰ ਸਵਾਲ ਕਰਦਾ ਹੈ, ਉਹ ਕਹਿੰਦਾ ਹੈ ਕਿ ਨਾਨਕ ਪਾਤਸ਼ਾਹੀ ਕਿਵੇਂ ਦੇ ਸਕਦਾ ਹੈ? ਮਰੀ ਕਹਿਓ ਨਾਨਕ ਸ਼ਾਹ ਫਕੀਰ। ਨਾਨਕ ਸ਼ਾਹ ਤਾਂ ਇੱਕ ਫਕੀਰ ਹੈ, ਉਹ ਸ਼ਾਹੀ ਕੀ ਕਿਆ ਤਦਬੀਰ, ਉਹ ਰਾਜਨੀਤੀ ਦੇ ਬਾਰੇ ਕੀ ਜਾਣਦਾ ਹੋਵੇਗਾ? ਇਹ ਕੈਪਟਨ ਮਰੇ ਦਾ ਰਤਨ ਸਿੰਘ ਭੰਗੂ ਨੂੰ ਸਵਾਲ ਹੈ
ਕਿ ਉਹ ਰਾਜਨੀਤੀ ਦੇ ਬਾਰੇ ਕੀ ਜਾਣਦਾ ਹੋਵੇਗਾ। ਤੇ ਜਿਹੜਾ ਫਿਰ ਸਰਦਾਰ ਰਤਨ ਸਿੰਘ ਭੰਗੂ ਦਾ ਜਵਾਬ ਹੈ ਨਾ, ਉਹ ਬੜਾ ਅਹਿਮ ਹੈ। ਉਹ ਕਹਿੰਦੇ ਨੇ ਕਿ ਜਿਹੜੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਨਾ, ਤੇ ਜਿਸ ਗੁਰੂ ਨਾਨਕ ਸਾਹਿਬ ਦੇ ਬਾਰੇ ਤੇਰੀ ਇਹ ਵਿਚਾਰਧਾਰਾ ਹੈ ਕਿ ਗੁਰੂ ਨਾਨਕ ਸਾਹਿਬ ਤਾਂ ਇੱਕ ਫਕੀਰ ਸੀ, ਤੇ ਇੱਕ ਫਕੀਰ ਸ਼ਾਹੀ ਦੇ ਬਾਰੇ, ਰਾਜਨੀਤੀ ਦੇ ਬਾਰੇ, ਰਾਜ ਸੱਤਾ ਦੇ ਬਾਰੇ, ਸਿਆਸਤ ਦੇ ਬਾਰੇ ਕੀ ਜਾਣਦਾ ਹੈ। ਫਿਰ ਕਹਿੰਦੇ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਕਈ ਫਕੀਰ ਤਿੰਨ ਕੀਨੇ ਸ਼ਾਹ, ਕਈ ਸ਼ਾਹ ਤਿੰਨ ਕੀਨੋ ਫਕੀਰ, ਕਈ ਫਕੀਰ ਤਿੰਨ ਕੀਨੋ ਪੀਰ। ਕਹਿੰਦੇ ਫਿਰ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਬਹੁਤ ਹੀ ਉੱਚ ਦਰਜੇ ਦੀ ਰਾਜਨੀਤੀ ਸ਼ਾਸਤਰ ਦੀ ਪ੍ਰਥਾ ਦੇ ਜਾਣਕਾਰ ਸਨ। ਉਹਨਾਂ ਨੇ ਕਈ ਫਕੀਰਾਂ ਨੂੰ ਬਾਦਸ਼ਾਹਤ ਦਾ ਗੁਰ ਦੱਸਿਆ, ਤੇ ਕਈ ਜਿਹੜੇ ਬਾਦਸ਼ਾਹਤ ਦੇ ਵਿੱਚ, ਰਾਜ ਸੱਤਾ ਦੇ ਨਸ਼ੇ ਦੇ ਵਿੱਚ ਹੰਕਾਰੀ ਹੋ ਚੁੱਕੇ ਸੀ, ਉਹਨਾਂ ਨੂੰ ਫਕੀਰੀ ਦਾ ਰਾਹ ਦੱਸਿਆ। ਤੇ ਕਈ ਫਕੀਰ ਜਿਹੜੇ ਆਪਣੇ ਅਧਿਆਤਮਕ ਬਲ ਦੇ ਉੱਪਰ ਹੰਕਾਰ ਕਰਦੇ ਸੀ, ਉਹਨਾਂ ਨੂੰ ਪੀਰੀ ਦਾ, ਰੂਹਾਨੀਅਤ ਦਾ ਰਾਹ ਦੱਸਿਆ। ਤੇ ਹੁਣ ਜਦੋਂ ਅੱਗੇ ਜਾ ਕੇ ਰਤਨ ਸਿੰਘ ਭੰਗੂ ਬੜੀ ਅਹਿਮ ਗੱਲ ਕਰਦੇ ਨੇ, ਜਿੱਥੇ ਰਾਜਨੀਤੀ ਤੇ ਸਿਆਸਤ ਦੇ ਵਿੱਚ ਜਿਹੜਾ ਥੋੜਾ ਜਿਹਾ ਅੰਤਰ ਹੈ, ਉਹ ਤੁਹਾਡੀ ਸਮਝ ਦੇ ਵਿੱਚ ਆ ਜਾਵੇਗਾ। ਉਹ ਥੋੜਾ ਜਿਹਾ ਅੰਤਰ ਕਿੰਨਾ ਕੁ ਹੈ? ਉਹ ਥੋੜਾ ਜਿਹਾ ਅੰਤਰ ਇੰਨਾ ਕੁ ਹੈ, ਉਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਪਾਤਸ਼ਾਹੀ ਦਾਅਵੇ ਦੀ ਗੱਲ ਜਿਹੜੀ ਹੈ ਉਹ ਦਿੱਤੀ ਹੈ। ਤੇ ਫਿਰ ਜਦੋਂ ਦਸਮ ਪਾਤਸ਼ਾਹ ਤੱਕ ਗੱਲ ਹੁੰਦੀ ਹੈ, ਕਹਿੰਦੇ ਸਭ ਸਨਾਤ ਔਰ 12 ਜਾਤ ਜੋ ਨਹਿ ਜਾਣੇ ਰਾਜਨੀਤੀ ਕੀ ਬਾਤ, ਕਿ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਰਾਜਨੀਤੀ ਸ਼ਾਸਤਰ ਤੋਂ, ਨੀਤੀ ਸ਼ਾਸਤਰ ਤੋਂ ਬਹੁਤ ਦੂਰ ਰੱਖਿਆ ਜਾਂਦਾ ਸੀ, ਜਿਹੜੇ ਕਦੀ ਰਾਜ ਦੇ ਬਾਰੇ ਸੋਚ ਵੀ ਨਹੀਂ ਸੀ ਸਕਦੇ, ਕਿਉਂਕਿ ਜੇ ਰਾਜ ਸੱਤਾ ਚ ਆਉਣਾ ਹੈ ਤੇ ਰਾਜਨੀਤੀ ਨੂੰ ਜਾਣਨਾ ਜ਼ਰੂਰੀ ਹੈ, ਰਾਜਨੀਤੀ ਨੂੰ ਜਾਣਨਾ ਹੈ ਤੇ ਨੀਤੀ ਸ਼ਾਸਤਰ ਨੂੰ ਪੜ੍ਹਨਾ ਜ਼ਰੂਰੀ ਹੈ। ਇਸੇ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਵੀ ਸੋਭਾ ਸਿੰਘ ਦੇ ਕੋਲੋਂ ਜਿਹੜਾ ਚਾਣਕਿਆ ਦੀ ਨੀਤੀ ਦਾ ਅਨੁਵਾਦ ਪੰਜਾਬੀ ਦੇ ਵਿੱਚ ਵੀ ਕਰਵਾਇਆ ਸੀ। ਇਤਿਹਾਸ ਦੇ ਬਹੁਤ ਸਰੋਤਾਂ ਦੇ ਜਿਸ ਦਾ ਜ਼ਿਕਰ ਮਿਲਦਾ ਹੈ। ਹੁਣ ਪਹਿਲੀ ਗੱਲ ਤੇ ਜਿਹੜੇ ਲੋਕਾਂ ਨੂੰ ਰਾਜਨੀਤੀ ਦੇ ਪ੍ਰਤੀ ਅਛੂਤਾਪਨ ਦਾ ਭਾਵ ਦਿੱਤਾ ਗਿਆ ਸੀ ਕਿ ਉਹਨਾਂ ਦੇ ਵਾਸਤੇ ਜਿਹੜੀ ਰਾਜਨੀਤੀ ਹੈ ਉਹਨਾਂ ਦੇ ਵਾਸਤੇ ਅਨਟੱਚੇਬਲ ਸੀ, ਕਿ ਨਹੀਂ ਇਹਨਾਂ ਦੇ ਵਾਸਤੇ, ਇਹ ਲੋਕ ਰਾਜਨੀਤੀ ਦੇ ਵਾਸਤੇ ਅਛੂਤ ਨੇ। ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਰਮਾਨ ਕੀ ਸੀ ਕਿ ਜਿਹੜੇ ਰਾਜਨੀਤੀ, ਰਾਜ ਸੱਤਾ, ਰਾਜਨੀਤੀ ਦੇ ਸ਼ਾਸਤਰ ਦੀ ਗੱਲ ਨਹੀਂ ਸੀ ਜਾਣਦੇ, ਤਿੰਨ ਗਰੀਬ ਸਿੱਖਨ ਕੋ ਦਿਹੋਂ ਪਾਤਸ਼ਾਹੀ ਜੇ ਯਾਦ ਰੱਖੇ ਹਮਰੀ ਗੁਰਿਆਈ। ਹੁਣ ਪਾਤਸ਼ਾਹੀ ਹੈ, ਰਾਜ ਸੱਤਾ ਤੇ ਕਾਬਜ ਹੋਣਾ। ਸੋ ਪਹਿਲੀ ਗੱਲ ਗੁਰੂ ਸਾਹਿਬ ਨੇ ਨੀਤੀ ਸਮਝਾਈ, ਨੀਤੀ ਸਮਝਾਉਣ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਚੱਲੀ। ਤੇ ਦਸਮ ਪਾਤਸ਼ਾਹ ਨੇ ਫਿਰ ਜਿਨ ਕੀ ਜਾਤ ਪਾਤ ਕੁਲ ਮਾਹੀ, ਸਰਦਾਰੀ ਨਾ ਪਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ। ਸੋ ਇਹ ਸੀ ਸਾਡੇ ਧਰਮ ਦੇ ਵਿੱਚ ਰਾਜਨੀਤੀ ਨੂੰ ਜਾਂ ਨੀਤੀ ਸ਼ਾਸਤਰ ਨੂੰ ਪੜ੍ਹਨ ਦੀ ਅਹਿਮੀਅਤ, ਜਿਹੜੀ ਬਹੁਤ ਜ਼ਰੂਰੀ ਹੈ। ਔਰ ਕਿਤੇ ਨਾ ਕਿਤੇ ਮੈਂ ਜਦੋਂ ਪਿਛਲੇ ਸਮੇਂ ਦੇ ਵਿੱਚ ਵਾਪਰੇ ਵਰਤਾਰਿਆਂ ਨੂੰ ਵੇਖਦਾ, ਜਾਂ ਹੁਣ ਵੀ ਪੰਜਾਬ ਦੇ ਰਾਜਸੀ ਮੰਚ ਦੇ ਉੱਪਰ ਜਿਵੇਂ ਦੇ ਤਮਾਸ਼ੇ ਰੋਜ਼ ਹੋ ਰਹੇ ਨੇ, ਤੇ ਜਦੋਂ ਕਿਤੇ ਨਾ ਕਿਤੇ ਇਹਨਾਂ ਦਾ ਅਧਿਐਨ ਅਸੀਂ ਆਪਣੇ ਅਤੀਤ ਦੀ ਰੌਸ਼ਨੀ ਦੇ ਵਿੱਚ ਵਾਪਰ ਚੁੱਕੇ ਵਰਤਾਰਿਆਂ ਨੂੰ ਜਦੋਂ ਸਮਝਣ ਤੋਂ ਬਾਅਦ ਅੱਜ ਦੇ ਸਮੇਂ ਦਾ ਅਧਿਐਨ ਕਰਦੇ ਹਾਂ, ਤਾਂ ਕਈ ਵਾਰੀ ਇੰਜ ਲੱਗਦਾ ਹੈ ਕਿ ਅਸੀਂ ਲੋਕ ਵੀ ਅਜੇ ਸਮੁੱਚੀ ਇਸ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਨੂੰ ਸਮਝਣ ਤੋਂ ਅਸਮਰੱਥ ਹਾਂ। ਕਿਤੇ ਨਾ ਕਿਤੇ ਇਹਨੂੰ ਸਮਝਣ ਤੋਂ ਬਹੁਤ ਦੂਰ ਹਾਂ। ਤੇ ਉਸ ਰਾਜਸੀ ਮੰਚ ਦੇ ਉੱਪਰ ਜਿਹੜੇ ਛੋਟੇ ਛੋਟੇ ਤਮਾਸ਼ੇ ਜੇ ਹੁੰਦੇ ਆ ਨਾ, ਸਾਨੂੰ ਇੰਜ ਲੱਗਦਾ ਹੈ ਕਿ ਬਹੁਤ ਵੱਡਾ ਬਦਲਾਅ ਲੈ ਆਉਣਗੇ, ਪਰ ਦਰਅਸਲ ਉਹ ਬਦਲਾਅ ਇੱਕ ਖਾਸ ਰਾਜਨੀਤਿਕ ਧਿਰ ਦੀ ਆਗੂ ਪ੍ਰਣਾਲੀ ਦੇ ਵਿੱਚ ਤਾਂ ਲਿਆ ਸਕਦੇ ਨੇ, ਪਰ ਜੋ ਅੱਜ ਪੰਜਾਬ ਦੇ ਹਾਲਾਤ ਹੋ ਚੁੱਕੇ ਨੇ, ਉਹਨਾਂ ਦੇ ਵਿੱਚ ਬਦਲਾਅ ਲਿਆਉਣ ਦੇ ਵਾਸਤੇ ਇੱਕ ਵੱਡੀ ਤਬਦੀਲੀ ਔਰ ਵੱਡੀ ਕਹਿ ਸਕਦੇ ਹੋ ਕਿ ਰਾਜਸੀ ਜਾਂ ਰਾਜ ਪ੍ਰਣਾਲੀ ਜਾਂ ਨੀਤੀ ਸ਼ਾਸਤਰ ਨੂੰ ਸਮਝਣ ਵਾਲੀ ਧਿਰ ਦੀ ਲੋੜ ਹੈ। ਇਹ ਗੱਲ ਬੜੀ ਅਹਿਮ ਹੈ। ਜੇਕਰ ਜਦੋਂ ਅਸੀਂ ਯੂਰਪ ਦੀ ਗੱਲ ਕਰਦੇ ਹਾਂ ਖਾਸ ਕਰਕੇ, ਤਾਂ ਜਿਹੜੀ ਪੌਪ ਗਲੇਸ਼ੀਅਸ ਦੀ ਜਿਹੜੀ ਟੂ ਸਵਾਰਡ ਥਿਊਰੀ ਦੀ ਗੱਲ ਆਉਂਦੀ ਹੈ, ਜਿਹਦੇ ਵਿੱਚ ਜਿਹੜੀ ਰਾਜਸੀ ਤਲਵਾਰ ਹੈ ਉਹ ਰਾਜੇ ਨੂੰ ਦੇ ਦਿੱਤੀ ਜਾਂਦੀ ਹੈ, ਅਗਸਟਸ ਨੂੰ ਦਿੱਤੀ ਜਾਂਦੀ ਹੈ, ਤੇ ਜਿਹੜੀ ਧਰਮ ਦੀ ਤਲਵਾਰ ਹੈ
ਉਹ ਗ੍ਰੇਸੀਅਸ ਆਪਣੇ ਕੋਲ ਰੱਖਦਾ ਹੈ। ਤੇ ਹੁਣ ਉਹਦੇ ਵਿੱਚ ਤੁਸੀਂ ਵੇਖੋ ਕਿ ਉਹ ਸਾਰਾ ਕਹਿ ਸਕਦੇ ਹੋ ਕਿ ਧਰਮ ਤੇ ਰਾਜਨੀਤੀ ਦਾ ਵੱਖ-ਵੱਖ ਹੋਣਾ ਲੋਕਾਂ ਦੇ ਵਾਸਤੇ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਉਹਦਾ ਕਾਰਨ ਹੈ ਕਿ ਜਿੰਨਾ ਲੋਕਾਂ ਦੇ ਕੋਲ ਰਾਜ ਸੱਤਾ ਹੈ, ਉਹ ਰਾਜ ਸੱਤਾ ਦੇ ਨਸ਼ੇ ਦੇ ਵਿੱਚ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਧਰਮ ਸੱਤਾ ਉਹਨਾਂ ਤੋਂ ਵੱਖਰੀ ਹੈ। ਜਿੰਨਾ ਲੋਕਾਂ ਦੇ ਕੋਲ ਧਰਮ ਸੱਤਾ ਹੈ, ਉਹ ਧਰਮ ਦੇ ਨਾਮ ਹੇਠ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਰਾਜ ਸੱਤਾ ਉਹਨਾਂ ਦੇ ਉੱਪਰ ਅਸਰ ਅੰਦਾਜ਼ ਨਹੀਂ ਹੈ। ਪਰ ਜਦੋਂ ਜੇ ਇਹਨਾਂ ਦੇ ਵਿੱਚ ਤਵਾਜ਼ਨ ਬਰਕਰਾਰ ਹੋਵੇ ਕਿ ਰਾਜ ਸੱਤਾ ਧਰਮ ਸੱਤਾ ਦੇ ਅਧੀਨ ਚੱਲੇ, ਤਾਂ ਫਿਰ ਅਸੀਂ ਉਸ ਗੱਲ ਦੀ ਗੱਲ ਕਰਦੇ ਹਾਂ ਜਿਸ ਰਾਜ ਦੀ ਗੱਲ ਸਾਡੀ ਪਾਵਨ ਗੁਰਬਾਣੀ ਦੇ ਚ ਆਉਂਦੀ ਹੈ, ਸਭ ਸੁਖਾਲੀ ਮੁੱਠੀਆਂ ਇਹ ਹੋਆ ਹਲੇਮੀ ਰਾਜ ਜੀਓ। ਫਿਰ ਉਸ ਰਾਜ ਦੀ ਕਹਿ ਸਕਦੇ ਹੋ ਕਿ ਵਿਚਾਰਧਾਰਾ ਜਾਂ ਉਸ ਰਾਜ ਦੀ ਸਿਰਜਣਾ ਦੀ ਗੱਲ ਕੀਤੀ ਜਾ ਸਕਦੀ ਹੈ। ਔਰ ਜਿਹੜੀ ਇਹ ਕਹਿ ਸਕਦੇ ਹੋ ਕਿ ਧਰਮ ਸੱਤਾ ਤੇ ਰਾਜ ਸੱਤਾ ਦੀ ਇਸ ਤਰ੍ਹਾਂ ਦੀ ਵੰਡ ਸੀ, ਇਹਦੇ ਵਿੱਚੋਂ ਹੀ ਅੱਗੇ ਫਿਰ ਬਹੁਤ ਕੁਝ ਨਿਕਲਦਾ ਹੈ। ਤੇ ਆ ਜਾ ਕੇ ਜੇ ਮੈਂ ਕਹਾਂ ਕਿ ਉਸ ਰਾਜ ਸੱਤਾ ਤੇ ਧਰਮ ਸੱਤਾ ਦੇ ਇਸ ਸਾਰੇ ਉਪੱਦਰ ਦੇ ਵਿੱਚੋਂ ਹੀ ਜਿਹੜੇ ਬਹੁਤ ਵੱਡੇ ਕਾਰਪੋਰੇਟ ਘਰਾਣੇ ਨੇ, ਉਹ ਜਦੋਂ ਯੂਰਪ ਦੇ ਉੱਪਰ ਕਾਬਜ ਹੁੰਦੇ ਨੇ, ਤਾਂ ਕਿਤੇ ਨਾ ਕਿਤੇ ਤੁਹਾਨੂੰ ਇਹ ਸਾਰਾ ਜਿਹੜਾ ਵਰਤਾਰਾ ਹੈ ਉਹ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਮਦਦ ਮਿਲੇਗੀ, ਜਿਹੜੇ ਵਰਤਾਰੇ ਸਾਡੇ ਸਾਹਮਣੇ ਅੱਜ ਨੇ। ਸੋ ਪਹਿਲੀ ਗੱਲ ਤਾਂ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਜਿਹੜਾ ਗੁਰਦੇਵ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸੰਕਲਪ ਬਖਸ਼ਿਸ਼ ਕੀਤਾ ਹੈ, ਇਹ ਬੜਾ ਵਿਲੱਖਣ ਹੈ। ਅਸੀਂ ਕਈ ਵਾਰੀ ਗੱਲ ਕਰਦੇ ਹਾਂ, ਜਿਹੜਾ ਇੱਕ ਸਾਡੇ 'ਚ ਖਾਸ ਗੱਲ ਸਿਰਜ ਦਿੱਤੀ ਜਾਂਦੀ ਹੈ ਰਾਜਨੀਤੀ ਦੇ ਪ੍ਰਤੀ ਅਛੂਤਾਪਨ, ਕਿ ਨਹੀਂ ਅਸੀਂ ਰਾਜਨੀਤੀ ਨਹੀਂ ਕਰਨੀ। ਮਾਫ ਕਰਨਾ, ਸਿੱਖ ਜਦੋਂ ਇਹ ਗੱਲ ਕਹਿੰਦਾ, ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਵੋਟਾਂ ਦੇ ਵਿੱਚ ਹੀ ਹਿੱਸਾ ਲੈਣਾ, ਪਰ ਕਿਤੇ ਨਾ ਕਿਤੇ ਜਿਹੜੀ ਪ੍ਰਣਾਲੀ ਸ਼ਾਸਨ ਨੂੰ ਚਲਾ ਰਹੀ ਹੈ, ਜਿਹੜੀ ਰਾਜ ਸੱਤਾ ਤੇ ਕਾਬਜ ਹੈ, ਜੇਕਰ ਉਹ ਲੋਕਾਂ ਦੇ ਉੱਪਰ ਜ਼ੁਲਮ ਕਰ ਰਹੀ ਹੈ ਜਾਂ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਫੈਸਲੇ ਨਹੀਂ ਲੈ ਰਹੀ, ਜਾਂ ਕਿਤੇ ਨਾ ਕਿਤੇ ਲੋਕਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਦਾ ਵਿਨਾਸ਼ ਹੋ ਰਿਹਾ ਹੈ, ਤਾਂ ਜਿਹੜੀ ਧਿਰ ਉਹਦੇ ਵਿਰੋਧ ਦੇ ਵਿੱਚ ਉਸ ਸੱਤਾ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੀ ਹੈ, ਅਸੀਂ ਕਿਤੇ ਨਾ ਕਿਤੇ ਉਹਦੇ ਵਾਸਤੇ ਮਦਦਗਾਰ ਤਾਂ ਸਾਬਤ ਹੋ ਸਕਦੇ ਹਾਂ। ਅਸੀਂ ਕਿਤੇ ਨਾ ਕਿਤੇ ਉਹਦੇ ਵਾਸਤੇ ਇੱਕ ਕਹਿ ਸਕਦੇ ਹੋ ਕਿ ਇੱਕ ਹਮਾਇਤ ਤਾਂ ਦੇ ਸਕਦੇ ਹਾਂ। ਔਰ ਰਾਜਨੀਤੀ ਦੇ ਵਿੱਚ ਹਮੇਸ਼ਾ ਉਹੀ ਧਿਰ ਆਪਣੇ ਸੂਬੇ, ਆਪਣੇ ਖੇਤਰ, ਆਪਣੀ ਜਨਮ ਭੂਮੀ, ਆਪਣੀ ਕਰਮ ਭੂਮੀ, ਆਪਣੇ ਸੱਭਿਆਚਾਰ ਤੇ ਆਪਣੇ ਲੋਕਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਰਾਖੀ ਕਰਦੀ ਹੈ, ਜਿਹੜੀ ਰਾਜਨੀਤੀ ਦੇ ਇਸ ਪੱਖ ਨੂੰ ਬਹੁਤ ਸਮਝਦੀ ਹੈ ਕਿ ਸਿਆਸਤ ਦੇ ਉੱਪਰ ਕਦੀ ਵੀ ਕੋਈ ਪੱਕਾ ਮਿੱਤਰ ਨਹੀਂ ਹੁੰਦਾ। ਇਸ ਧਿਰ ਦੇ ਵਿੱਚ ਤੁਸੀਂ ਇਤਿਹਾਸ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਲੈ ਸਕਦੇ ਹੋ ਕਿ ਰਾਜਨੀਤਿਕ ਪਿੜ ਦੇ ਵਿੱਚ ਵਿਚਰਦਿਆਂ ਕਦੀ ਵੀ ਕੋਈ ਪੱਕਾ ਦੋਸਤ ਨਹੀਂ ਹੁੰਦਾ ਤੇ ਕਦੀ ਵੀ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜਹਾਂਗੀਰ ਦੇ ਨਾਲ ਜਿਹੜੇ ਸੰਬੰਧ ਨੇ, ਉਹਨਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਉਭਾਰ ਆਉਂਦਾ ਹੈ। ਉਸ ਤੋਂ ਬਾਅਦ ਜੇਕਰ ਅਗਲੀ ਗੱਲ ਕਰਦੇ ਹਾਂ ਤਾਂ ਅਹਿਮਦ ਸ਼ਾਹ ਅਬਦਾਲੀ ਹਮੇਸ਼ਾ ਹੀ ਹਿੰਦੁਸਤਾਨ ਦੇ ਉੱਪਰ ਹਮਲਾਵਰ ਹੋ ਕੇ ਆਉਂਦਾ ਰਿਹਾ ਹੈ, ਪਰ ਉਹਦੀ ਮੌਤ ਤੋਂ ਬਾਅਦ ਉਹਦੇ ਜਾਨਸ਼ੀਨ ਫਤਿਹ ਖਾਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਸੰਬੰਧ ਕੁਝ ਸਮੇਂ ਲਈ ਵਕਤੀ ਤੌਰ ਤੇ ਪੈਦਾ ਕਰਦਾ ਹੈ, ਜਦੋਂ ਉਸਨੂੰ ਪਤਾ ਹੁੰਦਾ ਕਿ ਉਸਨੇ ਕਸ਼ਮੀਰ ਨੂੰ ਫਤਿਹ ਕਰਨਾ ਹੈ ਪਹਿਲੇ ਹਮਲੇ ਦੇ ਦੌਰਾਨ। ਉਸ ਤੋਂ ਅੱਗੇ ਹੋਰ ਵੀ ਆ ਜਾਈਏ ਤੇ ਜਿਹੜਾ ਦੋਸਤ ਮੁਹੰਮਦ ਖਾਨ ਹੈ, ਜਿਹੜਾ ਹਮੇਸ਼ਾ ਹੀ ਕਹਿ ਸਕਦੇ ਹੋ ਅਫਗਾਨਾਂ ਦਾ ਉਹ ਸਰਦਾਰ ਜਿਹੜਾ ਸਿੱਖ ਜਰਨੈਲਾਂ ਦੇ ਖਿਲਾਫ ਲੜਦਾ ਰਿਹਾ, ਪਰ ਮਹਾਰਾਜਾ ਸ਼ੇਰ ਸਿੰਘ ਉਹਦੇ ਨਾਲ ਸੰਬੰਧ ਬਣਾਉਂਦਾ ਹੈ ਕਿਉਂਕਿ ਉਦੋਂ ਬ੍ਰਿਟਿਸ਼ ਜਿਹੜੇ ਨੇ ਉਹ ਇੱਕ ਸਾਂਝਾ ਦੁਸ਼ਮਣ ਹੈ। ਉਸ ਤੋਂ ਬਾਅਦ 'ਚ ਆ ਜਾਈਏ ਤੇ ਬਾਬਾ ਮਹਾਰਾਜ ਸਿੰਘ ਜਿਹੜੇ ਨੇ ਉਹ ਸੁਲੇਮਾਨ ਮੁਹੰਮਦ ਖਾਨ ਜਿਹੜਾ ਦੋਸਤ ਮੁਹੰਮਦ ਖਾਨ ਦਾ ਭਰਾ ਆ, ਉਹਦੇ ਨਾਲ ਤੇ ਦੋਸਤ ਮੁਹੰਮਦ ਖਾਨ ਦੇ ਨਾਲ ਵੀ ਇੱਕ ਵਧੀਆ ਸੰਬੰਧ ਬਣਾਉਣਾ ਚਾਹੁੰਦੇ ਨੇ, ਕਿਉਂਕਿ ਉਹ ਵੀ ਉਹਨਾਂ ਨੂੰ ਇਹੀ ਚਿੱਠੀ ਲਿਖਦੇ ਨੇ ਕਿ ਹੁਣ ਦੁਸ਼ਮਣ ਸਾਂਝਾ ਹੈ। ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਕਿ ਰਾਜਨੀਤੀ ਦੇ ਵਿੱਚ ਕਦੀ ਵੀ ਤੁਹਾਡੇ ਪੱਕੇ ਦੋਸਤ ਤੇ ਪੱਕੇ ਦੁਸ਼ਮਣ ਨਹੀਂ ਹੁੰਦੇ, ਕਦੀ ਵੀ ਨਹੀਂ ਹੁੰਦੇ। ਪਰ ਇਹਦੇ ਵਿੱਚ ਵੇਖਣਾ ਇਹ ਹੁੰਦਾ ਹੈ ਕਿ ਕਿਹੜੀ ਧਿਰ ਦੇ ਨਾਲ ਤੁਸੀਂ ਆਪਣੇ ਸੂਬੇ, ਤੁਸੀਂ ਆਪਣੇ ਖੇਤਰ, ਤੁਸੀਂ ਆਪਣੀ ਕੌਮੀਅਤ ਜਾਂ ਫਿਰ ਆਪਣੇ ਲੋਕਾਂ ਦੀ ਆਜ਼ਾਦੀ ਤੇ ਉਹਨਾਂ ਦੇ ਨੈਤਿਕ ਕਦਰਾਂ ਕੀਮਤਾਂ ਦੀ ਰੱਖਿਆ ਕਰ ਸਕਦੇ ਹੋ। ਸਭ ਤੋਂ ਅਹਿਮ ਗੱਲ ਇਹਦੇ ਵਿੱਚ ਜਿਹੜੀ ਹੈ ਉਹ ਵੇਖਣ ਵਾਲੀ ਇਹ ਹੁੰਦੀ ਹੈ। ਨਹੀਂ ਤੇ ਬਹੁਤ ਵਾਰੀ ਇੰਝ ਹੀ ਹੁੰਦਾ ਹੈ ਕਿ ਜਿਹੜੀਆਂ ਧਿਰਾਂ ਦੇ ਵਿੱਚ ਰਾਜਨੀਤਿਕ ਸਮਝੌਤੇ ਹੁੰਦੇ ਨੇ, ਉਹ ਸਮਝੌਤੇ ਜਿਹੜੇ ਹੁੰਦੇ ਨੇ ਉਹ ਕੇਵਲ ਤੇ ਕੇਵਲ ਆਪਣੀ ਰਾਜਨੀਤਿਕ ਧਿਰ ਨੂੰ ਜਿਉਂਦਾ ਰੱਖਣ ਦੇ ਵਾਸਤੇ ਹੁੰਦੇ ਨੇ, ਲੋਕਾਂ ਦੇ ਹਿੱਤਾਂ ਦੇ ਵਾਸਤੇ ਨਹੀਂ ਹੁੰਦੇ। ਇਸ ਕਰਕੇ ਕਈ ਵਾਰੀ ਜਿੰਨਾ ਚਿਰ
ਇੱਕ ਰਾਜਨੀਤਿਕ ਧਿਰ ਨੂੰ ਲੱਗਦਾ ਹੈ ਕਿ ਦੂਜੀ ਰਾਜਨੀਤਿਕ ਧਿਰ ਦੇ ਜੁੜਨ ਦੇ ਨਾਲ ਸਾਡੇ 'ਚ ਸਾਹ ਆਉਂਦੇ ਰਹਿਣਗੇ, ਉਹ ਸਮਝੌਤਾ ਉਹਨਾਂ ਚਿਰ ਤੱਕ ਜਿਹੜਾ ਉਹ ਚੱਲਦਾ ਰਹਿੰਦਾ ਹੈ। ਪਰ ਜਦੋਂ ਉਹ ਸਮਝੌਤਾ ਲੋਕਾਂ ਦੇ ਹਿੱਤਾਂ ਦੀ ਕਹਿ ਸਕਦੇ ਹੋ ਕਿ ਪੂਰਤੀ ਵਾਸਤੇ ਨਹੀਂ ਹੁੰਦਾ, ਤਾਂ ਫਿਰ ਹੌਲੀ ਹੌਲੀ ਲੋਕ ਉਸ ਗਠਬੰਧਨ ਤੋਂ ਜਾਂ ਉਸ ਸਮਝੌਤੇ ਤੋਂ ਵੀ ਟੁੱਟਣੇ ਸ਼ੁਰੂ ਹੋ ਸਕਦੇ ਨੇ, ਹੋ ਜਾਂਦੇ ਵੀ ਨੇ। ਪੰਜਾਬ ਦੇ ਰਾਜਨੀਤਿਕ ਸਮੀਕਰਨ ਜਿਹੜੇ ਪੈਦਾ ਹੋਏ ਉਹਨਾਂ ਦੇ ਵਿੱਚ ਤੁਸੀਂ ਇਸ ਗੱਲ ਨੂੰ ਵੇਖਿਆ। ਅਗਲੀ ਗੱਲ, ਜਦੋਂ ਕਿਸੇ ਵੀ ਸਟੇਟ ਦੇ ਵਿੱਚ ਸਥਾਪਤੀ ਦੀ ਧਿਰ ਦੇ ਖਿਲਾਫ, ਖਾਸ ਕਰਕੇ ਜਿਸ ਤਰ੍ਹਾਂ ਦੇ ਨਾਲ ਹੁਣ ਕਿਸਾਨ ਸੰਘਰਸ਼ ਦੇ ਵਿੱਚ ਹੋਇਆ ਕਿ ਇੱਕ ਕੇਂਦਰ ਦੀ ਸਥਾਪਤ ਧਿਰ ਤੇ ਰਾਜ ਦੀ ਸਥਾਪਤ ਧਿਰ ਦੋਹਾਂ ਦੇ ਖਿਲਾਫ ਇੱਕ ਵੱਡਾ ਸੰਘਰਸ਼ ਸ਼ੁਰੂ ਹੋਵੇ ਤੇ ਸੰਘਰਸ਼ ਕਰਨ ਵਾਲੀ ਧਿਰ ਜਿਹੜੀ ਹੈ ਉਹ ਰਾਜਨੀਤੀ ਸੱਤਾ ਦੇ ਉੱਪਰ ਕਾਬਜ ਹੋਣ ਤੋਂ ਪਰਹੇਜ਼ਗਾਰ ਹੋਵੇ, ਤਾਂ ਇਹ ਮੇਰੇ ਖਿਆਲ ਦੇ ਨਾਲ ਸਭ ਤੋਂ ਮੰਦਭਾਗਾ ਫੈਸਲਾ ਹੁੰਦਾ ਹੈ। ਕਿਉਂਕਿ ਮੈਂ ਜੇਕਰ ਪੰਜਾਬੀ ਸ਼ਬਦਾਂ ਦੇ ਵਿੱਚ ਕਹਾਂ ਤਾਂ ਇਹ ਇਵੇਂ ਦਾ ਫੈਸਲਾ ਹੁੰਦਾ ਹੈ ਕਿ ਕੋਈ ਮਰੀਜ਼ ਜਿਹੜਾ ਹੈ ਉਹ ਹਸਪਤਾਲ ਦੇ ਵਿੱਚੋਂ ਉੱਠ ਕੇ ਤੰਦਰੁਸਤ ਹੋ ਕੇ ਨਹੀਂ ਜਾਣਾ ਚਾਹੁੰਦਾ, ਬਲਕਿ ਉਹ ਕੇਵਲ ਇੰਨਾ ਕੁ ਚਾਹੁੰਦਾ ਹੈ ਕਿ ਉਹਦਾ ਆਕਸੀਜਨ ਦਾ ਸਿਲੰਡਰ ਬਦਲ ਦਿੱਤਾ ਜਾਵੇ, ਮੈਨੂੰ ਸਾਹ ਆਉਂਦਾ ਰਹੇ। ਸੋ ਜੇਕਰ ਸੰਘਰਸ਼ ਕਰਨ ਵਾਲੀ ਧਿਰ ਜਿਹੜੀ ਹੈ ਉਹ ਰਾਜਨੀਤਿਕ ਬਦਲਾਅ ਦੀ ਗੱਲ ਨਹੀਂ ਕਰੇਗੀ, ਤਾਂ ਜਿਸ ਤਰ੍ਹਾਂ ਦੀਆਂ, ਖਾਸ ਕਰਕੇ ਜੇਕਰ ਅਸੀਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਗੱਲ ਕਰਦੇ ਹਾਂ, ਤਾਂ ਗੈਟ ਦੇ ਖਤਮ ਹੋਣ ਤੋਂ ਬਾਅਦ ਜਿਹੜੀ ਵਿਸ਼ਵ ਵਪਾਰ ਸੰਸਥਾ ਹੈ ਉਹਦੇ ਵੱਲੋਂ ਜਿਹੜੇ ਕੀਤੇ ਗਏ ਸਮਝੌਤੇ ਨੇ, ਜੇਕਰ ਭਾਜਪਾ ਦੀ ਜਗ੍ਹਾ ਕਾਂਗਰਸ ਵੀ ਹੋਵੇਗੀ ਤਾਂ ਵੱਧ ਤੋਂ ਵੱਧ ਕੁਝ ਸਮੇਂ ਦੇ ਵਾਸਤੇ ਇਹਨਾਂ ਨੂੰ ਅੱਗੇ ਪਾ ਸਕਦੀ ਹੈ, ਨਹੀਂ ਤੇ ਇਹ ਸਮੱਸਿਆਵਾਂ ਸਾਡੇ ਸਾਹਮਣੇ ਫਿਰ ਵੀ ਆਉਣੀਆਂ ਨੇ। ਪਰ ਹੁਣ ਕੀ ਹੋਵੇਗਾ, ਇੰਨੇ ਵੱਡੇ ਸੰਘਰਸ਼ ਦੇ ਵਿੱਚ ਜਿਹੜੀ ਜਨ ਚੇਤਨਤਾ ਪੈਦਾ ਹੋਈ ਹੈ, ਜੇਕਰ ਇਸ ਨੂੰ ਸਿਆਸੀ ਸੱਤਾ ਦੇ ਉੱਪਰ ਕਾਬਜ ਹੋਣ ਦੇ ਵਾਸਤੇ ਨਹੀਂ ਵਰਤਿਆ ਜਾਵੇਗਾ, ਤਾਂ ਇਹ ਸਾਰਾ ਕਹਿ ਸਕਦੇ ਹੋ ਕਿ ਲੋਕਾਂ ਦੀ ਜਨ ਚੇਤਨਤਾ ਦਾ ਵਹਾਅ ਜਿਹੜਾ ਹੈ ਕੁਝ ਸਮੇਂ ਲਈ ਉਸ ਧਿਰ ਵੱਲ ਝੁਕ ਜਾਵੇਗਾ, ਜਿਹੜੀ ਧਿਰ ਵਾਲੇ ਪਾਸਿਓਂ ਉਹਨਾਂ ਨੂੰ ਥੋੜਾ ਜਿਹਾ ਸੌਖਾ ਸਾਹ ਮਹਿਸੂਸ ਹੋਵੇਗਾ ਕਿ ਇਸ ਧਿਰ ਦੇ ਆਉਣ ਦੇ ਨਾਲ ਇੰਨਾ ਕੁ ਲੰਬਾ ਸਮਾਂ ਜਿਹੜੇ ਨੇ ਇਹ ਬਿੱਲ ਰੱਦ ਹੋ ਸਕਦੇ ਨੇ, ਜਾਂ ਇੰਨੇ ਕੁ ਸਮੇਂ ਦੇ ਵਾਸਤੇ ਇਹ ਸਸਪੈਂਡ ਕੀਤੇ ਜਾ ਸਕਦੇ ਨੇ। ਸੋ ਮੈਂ ਸੋਚਦਾ ਕਿ ਇੰਨੇ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਲੋਕ ਚੇਤਨਤਾ ਦਾ ਜਦੋਂ ਸੰਘਰਸ਼ ਹੋਵੇ, ਤਾਂ ਉਹਦੇ ਵਿੱਚ ਜਿਹੜੀ ਕਿਸਾਨ ਲੀਡਰਸ਼ਿਪ ਹੈ, ਜਿਹਦੇ ਪਿੱਛੇ ਅੱਜ ਇੰਨਾ ਵੱਡਾ ਜਨ ਚੇਤਨਤਾ ਦਾ ਵਹਾਅ ਹੈ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਰਾਜਨੀਤਿਕ ਸੱਤਾ ਦੇ ਉੱਪਰ ਕਾਬਜ਼ ਹੋਣ ਦੀ ਜਿਹੜੀ ਹੈ ਉਹ ਵਿਚਾਰਧਾਰਾ ਨੂੰ ਕਿਤੇ ਨਾ ਕਿਤੇ ਵਿਚਾਰਨਾ ਚਾਹੀਦਾ ਹੈ। ਰਾਜਨੀਤੀ ਤੋਂ ਪਰਹੇਜ਼ਗਾਰ ਨਹੀਂ ਹੋਣਾ ਚਾਹੀਦਾ, ਕਿਉਂਕਿ ਸਮੱਸਿਆ ਹੀ ਸੱਤਾ ਦੀ ਹੈ। ਜਿੰਨਾ ਚਿਰ ਤੱਕ ਤੁਹਾਡੇ ਕੋਲ ਸੱਤਾ ਦੀ ਵਾਗਡੋਰ ਨਹੀਂ ਹੈ, ਤੁਸੀਂ ਕਿੰਨਾ ਕੁ ਚਿਰ ਇੱਕ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ ਦੇ ਉੱਪਰ ਮੰਗਤਿਆਂ ਵਾਂਗ ਜਾਂ ਭਿਖਾਰੀਆਂ ਵਾਂਗ ਬੈਠੇ ਰਹੋਗੇ। ਸੋ ਇਹ ਲੋੜ ਹੈ ਸਮੇਂ ਦੀ। ਬਾਕੀ ਉਹਨਾਂ ਦੀ ਮਰਜ਼ੀ ਹੈ ਕਿ ਕਿਸਾਨ ਲੀਡਰਸ਼ਿਪ ਨੇ ਕੀ ਫੈਸਲਾ ਕਰਨਾ ਹੈ, ਪਰ ਮੇਰੇ ਖਿਆਲ ਦੇ ਨਾਲ ਜਦੋਂ ਇੰਨਾ ਵੱਡਾ ਇੱਕ ਜਨਤਕ ਵਹਾਅ ਤੁਹਾਡੀ ਪਿੱਠ ਦੇ ਪਿੱਛੇ ਹੋਵੇ, ਤਾਂ ਫੈਸਲੇ ਹਮੇਸ਼ਾ ਜਿਹੜੇ ਨੇ ਉਹ ਲੈਣੇ ਚਾਹੀਦੇ ਨੇ ਜਿਨ੍ਹਾਂ ਦੇ ਨਾਲ ਸਮੱਸਿਆਵਾਂ ਦਾ ਜਿਹੜਾ ਸਦੀਵੀ ਹੱਲ ਹੈ ਉਹ ਨਿਕਲ ਸਕੇ। ਹੁਣ ਮਿਸਾਲ ਦੇ ਤੌਰ ਤੇ ਅਸੀਂ ਪੰਜਾਬ ਦੀ ਜੇਕਰ ਅੱਜ ਦੀ ਰਾਜਨੀਤਿਕ ਬਦਲਾਅ ਵੱਲ ਵੇਖੀਏ, ਤਾਂ ਬਹੁਤ ਲੋਕ ਖੁਸ਼ ਵੀ ਨੇ, ਤੇ ਹੋ ਸਕਦਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਕਿਸੇ ਪਾਸੇ ਤੋਂ ਸੁੱਖ ਦਾ ਸਾਹ ਜਿਹੜਾ ਉਹ ਮਹਿਸੂਸ ਹੋਇਆ ਹੋਵੇ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਜਿਹੜਾ ਉਹ ਬਦਲ ਦਿੱਤਾ ਗਿਆ। ਪਰ ਅਜੇ ਤਾਂ ਪ੍ਰਧਾਨ ਬਦਲੇ ਜਾਣ ਦੀ ਖੁਸ਼ੀ ਹੈ, ਪਰ ਜਿਹੜੇ ਇਸ ਪ੍ਰਧਾਨ ਦੇ ਵੱਲੋਂ, ਜਾਂ ਮੈਂ ਨਵਜੋਤ ਸਿੰਘ ਸਿੱਧੂ ਨਾਲ ਦੀ ਗੱਲ ਕਰਾਂ, ਤਾਂ ਜਿਹੜੀਆਂ ਉਹਨਾਂ ਨੇ ਆਪਣੀਆਂ ਤਕਰੀਰਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਦੀ ਜੇਕਰ ਪੂਰਤੀ ਕਰਨ ਵਾਲੇ ਪਾਸੇ ਤੁਰਦੇ ਨੇ, ਤਾਂ ਉਹਨਾਂ ਦੀ ਪ੍ਰੀਖਿਆ ਦਾ ਸਮਾਂ ਉਦੋਂ ਸ਼ੁਰੂ ਹੋਣਾ ਹੈ। ਕਿਉਂਕਿ ਕਿਤੇ ਉਹਨਾਂ ਨੇ ਜਦੋਂ ਲਾਂਘੇ ਦੀ ਗੱਲ ਕੀਤੀ ਹੈ, ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇੱਕ ਖੁਸ਼ੀ ਦੀ ਲਹਿਰ ਸੀ। ਇਸੇ ਤਰ੍ਹਾਂ ਦੇ ਨਾਲ ਜੇਕਰ ਵਾਹਗਾ ਬਾਰਡਰ ਖੁੱਲ੍ਹਦਾ ਹੈ, ਪਾਕਿਸਤਾਨ ਦੇ ਨਾਲ ਵਪਾਰ ਦੀ ਗੱਲ ਸ਼ੁਰੂ ਹੁੰਦੀ ਹੈ, ਕਿਉਂਕਿ ਪਾਕਿਸਤਾਨ ਦਾ ਬਹੁਤ ਸਮੇਂ ਦਾ ਬੰਦ ਪਿਆ ਵਪਾਰ ਜਿਹੜਾ ਸੀਗਾ ਬਾਕੀ ਦੇਸ਼ਾਂ ਦੇ ਨਾਲ ਉਹ ਖੁੱਲ੍ਹ ਚੁੱਕਾ ਹੈ। ਤਕਰੀਬਨ ਤੁਰਕੀ ਦੇ ਨਾਲ ਵੀ ਉਹਨਾਂ ਦਾ ਰੇਲ ਰਾਹੀਂ ਵਪਾਰ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਸੋ ਜੇਕਰ ਉਹ ਵਪਾਰ ਖੁੱਲ੍ਹਦਾ ਹੈ, ਤੇ ਪੰਜਾਬ ਨੂੰ ਵੀ ਪਾਕਿਸਤਾਨ ਦੇ ਨਾਲ ਸਿੱਧੇ ਤੌਰ ਤੇ ਕਹਿ ਸਕਦੇ ਹੋ ਕਿ ਇੱਕ ਖੁਸ਼ਕ ਬੰਦਰਗਾਹ ਬਣਾ ਕੇ ਜੇਕਰ ਵਪਾਰਕ ਰਿਸ਼ਤੇ ਜੋੜ ਦਿੱਤੇ ਜਾਂਦੇ ਨੇ, ਪਰ ਇਹ ਕੇਂਦਰ ਦੀ ਸਰਕਾਰ ਕਦੀ ਵੀ ਪ੍ਰਵਾਨ ਨਹੀਂ ਕਰੇਗੀ। ਸੋ ਜੇਕਰ ਕਾਂਗਰਸ ਦੇ ਬਣੇ ਹੋਏ ਪ੍ਰਧਾਨ ਇਸ ਦਿਸ਼ਾ ਵੱਲ ਵਧਣਗੇ, ਤਾਂ ਕੇਂਦਰ ਦੇ ਵੱਲੋਂ ਹਮੇਸ਼ਾ ਹੀ ਉਹਨਾਂ ਦੇ ਉੱਪਰ ਜਿਹੜਾ ਉਹ ਦਬਾਅ ਰੱਖਿਆ ਜਾਵੇਗਾ। ਅਗਲੀ ਗੱਲ ਇੰਨੀ ਕੁ ਜ਼ਰੂਰ ਹੋ ਗਈ ਹੈ ਕਿ ਜਿਹੜੀ ਸਥਾਪਤੀ ਵਿਰੋਧੀ ਵੋਟ ਸੀ, ਸਥਾਪਤੀ ਵਿਰੋਧੀ ਵੋਟ ਜਿਹੜੀ ਸੀ, ਉਹਦਾ ਥੋੜਾ ਜਿਹਾ ਵਹਾਅ, ਉਸ ਦੀ ਜਿਹੜੀ ਦਿਸ਼ਾ ਹੈ ਉਹ ਜ਼ਰੂਰ ਤਬਦੀਲ ਹੋ ਸਕਦੀ ਹੈ ਕਿ ਇਹਦੇ ਨਾਲ ਕਾਂਗਰਸ ਨੂੰ ਕੁਝ ਫਾਇਦਾ ਹੋ ਜਾਵੇ। ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਕੇਂਦਰੀ ਪਾਰਟੀਆਂ ਨੇ, ਜਾਂ ਜਿਹੜੀਆਂ ਸੈਂਟਰ ਦੇ ਨਾਲ ਮੂਲ ਰੂਪ ਦੇ ਵਿੱਚ ਕੇਂਦਰ ਦੇ ਨਾਲ ਜੁੜੀਆਂ ਹੋਈਆਂ ਪਾਰਟੀਆਂ ਨੇ, ਉਹ ਕਦੀ ਵੀ ਪੰਜਾਬ ਦੇ ਵਿੱਚ
ਉਸ ਰਾਜਨੀਤਿਕ ਧਿਰ ਨੂੰ ਜਿਉਣ ਨਹੀਂ ਦੇਣਗੀਆਂ ਜਿਹੜੀਆਂ ਪੰਜਾਬ ਦੇ ਕਹਿ ਸਕਦੇ ਹੋ ਕਿ ਇੱਕ ਆਪਣਾ ਜਿਹੜਾ ਆਪਣੇ ਆਪ ਨੂੰ ਕੇਂਦਰ ਮੰਨ ਕੇ ਜਿਹੜਾ ਮਾਡਲ ਹੈ ਜਿਹੜੀ ਉਹਦੀ ਗੱਲ ਕਰੇਗਾ। ਪੰਜਾਬ ਮਾਡਲ ਦੀ ਗੱਲ ਕਰਨੀ ਬੜੀ ਸੌਖੀ ਹੈ, ਪਰ ਪੰਜਾਬ ਕੇਂਦਰਿਤ ਜਿਹੜੀ ਸੱਤਾ ਹੈ ਜਦੋਂ ਉਹਦੀ ਗੱਲ ਕੀਤੀ ਜਾਵੇਗੀ ਤਾਂ ਉਹਦੇ ਵਾਸਤੇ ਕਦੀ ਵੀ ਜਿਹੜਾ ਕੇਂਦਰ ਹੈ ਉਹਨੂੰ ਉਹ ਧਿਰ ਜਿਹੜੀ ਹੈ ਉਹ ਕਦੀ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਪ੍ਰਵਾਨ ਨਹੀਂ ਹੋਵੇਗੀ। ਜਦੋਂ ਅਕਾਲੀ ਦਲ ਦੀ ਅਸੀਂ ਗੱਲ ਕਰਦੇ ਹਾਂ ਤਾਂ ਅਕਾਲੀ ਦਲ ਇੱਕ ਲੰਬਾ ਸਮਾਂ ਪੰਜਾਬ ਦੀ ਰਾਜਸੀ ਸੱਤਾ ਦੇ ਉੱਪਰ ਕਾਬਜ ਰਿਹਾ ਹੈ। ਕਾਹਦੇ ਕਰਕੇ? ਕਿਉਂਕਿ ਅਕਾਲੀ ਦਲ ਉਸ ਸਮੇਂ ਪੰਥ ਦੀ ਨੁਮਾਇੰਦਾ ਜਮਾਤ ਸੀ ਤੇ ਜਦੋਂ ਅਕਾਲੀ ਦਲ ਨੇ ਪੰਥ ਦੇ ਮੁੱਦਿਆਂ ਨੂੰ ਵਸਾਰਿਆ ਤੇ ਉਸ ਨੂੰ ਪੰਜਾਬੀਅਤ ਦੇ ਮੁੱਦੇ ਤੇ ਪੰਜਾਬੀਅਤ ਦੇ ਮੁੱਦਿਆਂ ਦੇ ਰੂਪ ਦੇ ਵਿੱਚ ਰਾਸ਼ਟਰਵਾਦ ਦੇ ਢਾਂਚੇ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਨਿਰਾਸ਼ਾ ਦੇ ਵਿੱਚ ਗਏ ਤੇ ਅਕਾਲੀ ਦਲ ਮੇਰੇ ਖਿਆਲ ਦੇ ਨਾਲ ਆਪਣੇ ਜਨਮ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਜਿਹੜੇ ਅੱਜ ਦੇ ਹਾਲਾਤ ਨੇ ਉਹੀ ਕਾਰਨ ਨੇ। ਸੋ ਇਹ ਮੈਂ ਪਿੱਛੇ ਜੇ ਤੁਹਾਨੂੰ ਵੀ ਸ਼ਾਇਦ ਕਿਤੇ ਪੜ੍ਹਨ ਦਾ ਮੌਕਾ ਮਿਲੇ, ਦ ਆਰਟ ਆਫ ਹੈਪੀਨੈਸ, ਉਹ ਕਿਤਾਬ ਹੈ ਹਾਰਵਰਡ ਸੀ ਕਟਲਰ ਦੀ, ਦਲਾਈ ਲਾਮਾ ਦੇ ਉੱਪਰ ਲਿਖੀ ਹੋਈ, ਬੜੀ ਵਧੀਆ ਕਿਤਾਬ ਹੈ। ਉਹਦੇ ਵਿੱਚ ਉਹਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ। ਕਹਿੰਦਾ ਹੈ ਕਿ ਮੰਜ਼ਿਲ ਤੱਕ ਪਹੁੰਚਣ ਦੇ ਵਾਸਤੇ ਮੰਜ਼ਿਲ ਤੱਕ ਪਹੁੰਚਣ ਦਾ ਰਾਹ ਪਤਾ ਹੋਣਾ ਜ਼ਰੂਰੀ ਹੈ, ਪਰ ਇੰਜ ਨਹੀਂ ਹੋ ਸਕਦਾ ਕਿ ਤੁਸੀਂ ਰਾਹ ਦੀ ਜਾਣਕਾਰੀ ਕਿਸੇ ਹੋਰ ਦੀ ਲਓ ਤੇ ਮੰਜ਼ਿਲ ਤੁਹਾਡੀ ਕੋਈ ਹੋਰ ਹੋਵੇ। ਉਹਨੇ ਇੱਕ ਬੜੀ ਵਧੀਆ ਉਦਾਹਰਨ ਦਿੱਤੀ ਹੈ ਕਿ ਕਈ ਵਾਰ ਸ਼ਰਾਬ ਦੀਆਂ ਬੋਤਲਾਂ ਦੇ ਉੱਪਰ ਅਸੀਂ ਲਿਖਿਆ ਪੜ੍ਹਦੇ ਹਾਂ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਪਰ ਜਦੋਂ ਜਿਹੜਾ ਸ਼ਰਾਬ ਪੀ ਰਿਹਾ ਵਿਅਕਤੀ ਹੈ ਉਹਦੇ ਵਾਸਤੇ ਇਸ ਲਿਖੇ ਜਾਣ ਦਾ ਕੋਈ ਅਰਥ ਨਹੀਂ। ਉਹਦਾ ਕਾਰਨ ਕੀ ਹੈ ਕਿ ਉਹ ਨਸ਼ੇ ਦੇ ਵਾਸਤੇ ਖਰੀਦੀ ਹੀ ਉਸਨੇ, ਨਸ਼ੇ ਵਾਸਤੇ, ਉਹਨੇ ਪੜ੍ਹਨ ਦੇ ਵਾਸਤੇ ਖਰੀਦੀ ਨਹੀਂ ਹੈ। ਪਰ ਇਸ ਸ਼ਬਦ ਦੀ ਅਹਿਮੀਅਤ ਉਹਦੇ ਵਾਸਤੇ ਹੈ ਜਿਹੜਾ ਬੰਦਾ ਖੋਜ ਇਸ ਚੀਜ਼ ਦੇ ਉੱਪਰ ਕਰ ਰਿਹਾ ਕਿ ਜਿਹੜਾ ਅਲਕੋਹਲ ਦਾ ਸੇਵਨ ਹੈ ਉਹ ਮਨੁੱਖ ਦੀ ਸਿਹਤ ਦੇ ਵਾਸਤੇ ਕਿੰਨਾ ਹਾਨੀਕਾਰਕ ਹੈ। ਇਹਨਾਂ ਸ਼ਬਦਾਂ ਦੇ ਅਰਥ ਉਹਦੇ ਵਾਸਤੇ ਨੇ। ਸੋ ਜਿਹੜੇ ਪੰਜਾਬ ਦੇ ਵਿੱਚ ਰਾਜਨੀਤਿਕ ਬਦਲਾਅ ਆਉਂਦੇ ਨੇ, ਜੇਕਰ ਉਹ ਬਦਲਾਅ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਵਿੱਚ ਥੋੜੇ ਸਮੇਂ ਦੇ ਵਾਸਤੇ ਕਹਿ ਸਕਦੇ ਹੋ ਸਾਹ ਦੇਣ ਵਾਸਤੇ ਹੈ ਤਾਂ ਉਹ ਉਸ ਪਾਰਟੀ ਨੂੰ ਤਾਂ ਹਲਾਰਾ ਦੇ ਸਕਦੇ ਨੇ, ਪਰ ਜਿਹੜੀ ਪੰਜਾਬ ਦੇ ਲੋਕਾਂ ਦਾ ਸੱਭਿਆਚਾਰ, ਪੰਜਾਬ ਦੀ ਹੋਂਦ, ਪੰਜਾਬ ਦੇ ਮਸਲੇ, ਪੰਜਾਬ ਦੀ ਕਹਿ ਸਕਦੇ ਹੋ ਕਿ ਨੈਤਿਕ ਗੁਣ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਖਤਮ ਹੁੰਦੇ ਜਾ ਰਹੇ ਨੇ, ਪੰਜਾਬ ਦੀ ਜਿਸ ਤਰ੍ਹਾਂ ਦੇ ਨਾਲ ਸਰੀਰਕ ਤੇ ਮਾਨਸਿਕ ਨਸਲਕੁਸ਼ੀ ਤੋਂ ਬਾਅਦ ਜਿਹੜੀ ਨਸ਼ਿਆਂ ਦੇ ਰਾਹੀਂ ਹੁਣ ਨਸਲਕੁਸ਼ੀ ਹੋ ਰਹੀ ਹੈ, ਜਿੰਨਾ ਚਿਰ ਤੱਕ ਅਸੀਂ ਇਹਨਾਂ ਮੁੱਦਿਆਂ ਦੇ ਉੱਪਰ ਆਪਣੀ ਮਾਨਸਿਕਤਾ ਨੂੰ ਕੇਂਦਰਿਤ ਨਹੀਂ ਕਰਾਂਗੇ ਉਨਾ ਚਿਰ ਇੰਝ ਹੀ ਲੱਗੇਗਾ ਕਿ ਅਸੀਂ ਪ੍ਰਾਪਤ ਕੁਝ ਹੋਰ ਕਰਨਾ ਚਾਹ ਰਹੇ ਹਾਂ ਤੇ ਅਸੀਂ ਪੜ੍ਹ ਕੁਝ ਹੋਰ ਰਹੇ ਹਾਂ। ਸੋ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਸਾਨੂੰ ਇਸ ਗੱਲ ਦੇ ਉੱਪਰ ਖਾਸ ਕਰਕੇ ਮੈਂ ਇੱਕ ਗੱਲ ਹੋਰ ਵੀ ਕੁਝ ਵੀਰਾਂ ਨੂੰ ਕਹਿਣਾ ਚਾਹਾਂ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਥਕ ਹਾਂ, ਰਾਜ ਦੀ ਗੱਲ ਕਰਨਾ ਚਾਹੁੰਦੇ ਹਾਂ, ਪਰ ਇਸ ਰਾਜਸੀ ਢਾਂਚੇ ਦੇ ਵਿੱਚ ਅਸੀਂ ਕੋਈ ਯੋਗਦਾਨ ਨਹੀਂ ਪਾਉਣਾ ਚਾਹੁੰਦੇ। ਤੇ ਮੈਂ ਸੋਚਦਾ ਕਿ ਇਹਦੇ ਵਿੱਚ ਵੀ ਉਹਨਾਂ ਧਿਰਾਂ ਦੀ ਮਦਦ ਹੁੰਦੀ ਹੈ ਜਿਹੜੀਆਂ ਧਿਰਾਂ ਰਵਾਇਤੀ ਪਾਰਟੀਆਂ ਦੇ ਰੂਪ ਦੇ ਵਿੱਚ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੂੰ ਦੱਬ ਕੇ ਰੱਖਣਾ ਚਾਹੁੰਦੀਆਂ ਨੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਉਦਾਹਰਨ ਦਿੰਦਾ। ਜਦੋਂ ਕੈਪਟਨ ਮਰੇ ਦੀ ਗੱਲਬਾਤ ਹੋਈ ਹੋਵੇਗੀ ਰਤਨ ਸਿੰਘ ਭੰਗੂ ਹੋਣਾ ਦੇ ਨਾਲ, ਤਾਂ ਉਹਨਾਂ ਨੇ ਜਿਹੜੀ ਸਿੱਖ ਰਾਜਨੀਤੀ ਦੀ ਗੱਲ ਨੂੰ ਸਮਝਿਆ ਹੋਵੇਗਾ ਕਿ ਜਿਹੜੀ ਸਿੱਖ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਦੀ ਪਰਪੱਕਤਾ ਰੱਖਦਾ ਹੈ, ਤੇ ਮੇਰੇ ਖਿਆਲ ਦੇ ਨਾਲ ਉਹਦੇ ਤੋਂ ਬਾਅਦ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਉੱਪਰ ਕੰਟਰੋਲ ਕਰਨ ਦੀ ਜਿਹੜੀ ਕਵਾਇਦ ਸੀ ਨਾ, ਉਹਦੇ ਵਿੱਚੋਂ ਹੀ ਇਸ ਗੱਲ ਨੇ ਜਨਮ ਲਿਆ ਕਿ ਉਸ ਤੋਂ ਬਾਅਦ ਬ੍ਰਿਟਿਸ਼ ਰਾਜ ਦੇ ਵਿੱਚ ਜਿੰਨੇ ਵੀ ਸਿੱਖ ਧਾਰਮਿਕ ਬਾਬੇ ਸੀ, ਉਹ ਧਾਰਮਿਕ ਬਾਬੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ ਪਹਿਲਾਂ ਜਾਂ ਦਮਦਮੀ ਟਕਸਾਲ ਦੇ ਸੰਤ ਕਰਤਾਰ ਸਿੰਘ ਹੁਣਾਂ ਨੇ ਜਿੰਨਾ ਕਿ ਇਸ ਖੇਤਰ 'ਚ ਐਮਰਜੈਂਸੀ ਦੇ ਖਿਲਾਫ ਕਾਰਜ ਕੀਤਾ ਹੈ। ਪਰ ਜੇਕਰ ਤੁਸੀਂ ਬ੍ਰਿਟਿਸ਼ ਰਾਜ ਦੀ ਗੱਲ ਕਰੋ ਤਾਂ ਬਹੁਤ ਸਾਰੇ ਐਸੇ ਡੇਰੇਦਾਰ ਸੀ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਤੇ ਪ੍ਰਭਾਵ ਬਹੁਤ ਸੀ। ਜੇਕਰ ਚਾਹੁੰਦੇ ਤਾਂ 1947 ਦੇ ਸਮੇਂ ਵੀ ਪੰਜਾਬ ਦੇ ਲੋਕਾਂ ਦੇ ਵਾਸਤੇ ਇੱਕ ਵੱਡਾ ਫੈਸਲਾ ਲੈਣ ਦੇ ਵਿੱਚ ਭੂਮਿਕਾ ਨਿਭਾ ਸਕਦੇ ਸੀ, ਪਰ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਰਾਜਨੀਤੀ ਤੋਂ ਬਿਲਕੁਲ ਅਣਛੂਹਿਆ ਰੱਖਿਆ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਭਰ ਦਿੱਤੀ ਗਈ ਕਿ ਨਹੀਂ, ਅਸੀਂ ਤੇ ਧਾਰਮਿਕ ਵਿਅਕਤੀ ਹਾਂ, ਅਸੀਂ ਰਾਜਨੀਤੀ ਦੇ ਵਿੱਚ ਦਖਲ ਨਹੀਂ ਦੇਣਾ, ਅਸੀਂ ਰਾਜਨੀਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਿੱਸਾ ਨਹੀਂ ਲੈਣਾ। ਸੋ ਮੇਰੇ ਖਿਆਲ ਦੇ ਨਾਲ ਫਿਰ ਉਸ ਗੱਲ ਤੇ ਆ ਜਾਈਏ ਜਿਹੜੀ ਗੱਲ ਸਾਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਈ ਹੈ ਕਿ ਰਾਜਨੀਤੀ ਵੀ ਪੜ੍ਹਨੀ ਬਹੁਤ ਜ਼ਰੂਰੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।